ਸਵਾਗਤ ਮੈਂ ਹਰਜਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰਜੀਵ ਭਾਸਕਰ ਸੀਨੀਅਰ ਜਰਨਲਿਸਟ। ਭਾਸਕਰ ਸਾਹਿਬ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ ਤਾਂ ਅੱਜ ਐਤਵਾਰ ਸੀ, ਜੀ ਜਿਹਾ ਤਾਂ ਨਹੀਂ ਸੀ ਕਰਦਾ ਵੀ ਅੱਜ ਕੈਮਰੇ ਦੇ ਸਾਹਮਣੇ ਹੋਈਏ, ਪਰ ਘਟਨਾਵਾਂ ਇੰਨੀਆਂ ਰੌਚਕ ਵਾਪਰੀਆਂ, ਮੇਰਾ ਜੀ ਜਿਹਾ ਨਹੀਂ ਮੰਨਿਆ ਵੀ ਛੱਡ ਕੇ ਨਹੀਂ ਜਾਣਾ। ਪ੍ਰਕਾਸ਼ ਸਿੰਘ ਬਾਦਲ ਨਾਭੇ ਜਾਂਦੇ ਆ ਪ੍ਰੀਤ ਕੰਬਾਈਨ ਵਾਲਿਆਂ ਕੋਲੇ। ਇਹ ਰਿਆਸਤੀ ਇਲਾਕਾ ਸਾਰਾ, ਥੋੜਾ ਜਿਹਾ ਗਾਂਹ ਜਾ ਆਉਂਦੇ ਕਿਤੇ ਤਾਸ਼ ਤੂਸ਼ ਦੀ ਬਾਜੀ ਕੈਪਟਨ ਅਮਰਿੰਦਰ ਸਿੰਘ ਨਾਲ ਲਾ ਆਉਂਦੇ। ਉਂਝ ਉਸ ਇਲਾਕੇ 'ਚ ਗੱਲ ਉਹਨਾਂ ਨੇ ਕੀਤੀ ਕੈਪਟਨ ਲਈ ਹੈ। ਕਹਿੰਦੇ ਕੈਪਟਨ ਸਾਹਿਬ ਗੱਦਿਓਂ ਹੀ ਉਤਰੇ ਸੀ, ਪਾਰਟੀ ਛੱਡਣ ਦੀ ਕੀ ਲੋੜ ਸੀ। ਆ ਮੈਨੂੰ ਕਈ ਵਾਰੀ ਅਹੁਦਾ ਨਹੀਂ ਮਿਲਿਆ, ਮੈਂ ਵੀ ਬਥੇਰਾ ਕੰਮ ਕੀਤਾ, ਆਪਾਂ ਤੇ ਕਦੇ ਗੁੱਸਾ ਨਹੀਂ ਕੀਤਾ। ਆ ਬਹੁਤੀਆਂ ਚੰਗੀਆਂ ਗੱਲਾਂ ਨਹੀਂ ਹੁੰਦੀਆਂ ਛੱਡ ਛੁੱਟ ਕੇ ਜਾਣਾ। ਬੜਾ ਮੋਹ ਜਿਹਾ ਜਾਗ ਗਿਆ। ਮੈਨੂੰ ਲੱਗਦਾ ਇੱਕੋ ਸਟੇਚਰ ਵਾਲੇ, ਇੱਕੋ ਦੌਰ ਵਾਲੇ ਲੋਕ ਇੱਕ ਦੂਜੇ ਲਈ ਵਾਹਵਾ ਦਰਦ ਰੱਖਦੇ। ਸਿਆਸਤ ਦਾ ਇਹ ਖੂਬਸੂਰਤ ਪਹਿਲੂ ਆ, ਇਹਦੇ ਤੇ ਅੱਗੇ ਗੱਲ ਕਰਾਂਗੇ। ਲੇਕਿਨ ਯਾਰ ਇਹ ਪਟਿਆਲੇ ਵਾਲੇ ਪਾਸੇ ਹੋਈ ਕੀ ਜਾਂਦਾ। ਆ ਲੁਧਿਆਣੇ ਵਾਲੇ MP ਕਹਿੰਦੇ ਆਖੇ ਉੱਥੇ ਤੇਲ ਤੂਲ ਦੀਵਾਲੀ ਆ ਗਈ, ਕਾਂਗਰਸ ਭਵਨ 'ਚ ਪਾਓ, ਦੀਵੇ ਜਗਾਓ। ਸਿੱਧੂ ਨੂੰ ਕਹਿੰਦੇ ਪਹਿਲਾਂ ਉਹਦੇ ਕੰਨਾਂ 'ਚ ਕੌੜਾ ਤੇਲ ਪਾਤਾ ਹੈ, ਤੇ ਹੁਣ ਤੇਲ ਜੋਗੇ ਪੈਸੇ ਪੂਸੇ ਦਿਓਗੇ ਕਾਂਗਰਸ ਕਮੇਟੀ ਚਲਾਉਣ ਲਈ, ਜਾਂ ਅਹੁਦੇ ਦੇ ਉੱਤੇ ਫੈਸਲਾ ਕਰੋਗੇ ਤੇ ਅਗਲਾ ਤੁਰੂਗਾ। ਉਂਝ ਚੁੱਪ ਸਿੱਧੂ ਦੀ ਸਾਜ਼ਿਸ਼ੀ ਲੱਗਦੀ ਆ। ਕਿਸੇ ਦਿਨ ਸਿਆਪਾ ਵੱਡਾ ਪੈਣਾ। ਕਾਂਗਰਸ ਦੇ ਅੰਦਰ ਇਹ ਗੱਲ ਚੱਲਣ ਲੱਗ ਪਈ ਕਿ ਕੋਈ ਪੈਂਤੜਾ ਅਪਣਾਇਆ ਜਾਣਾ ਹੈ। ਤੇ ਇੱਕ ਹੋਰ ਖਬਰ, ਜਿਹੜੇ ਤੁਸੀਂ ਘਰੋਂ ਕੱਢ ਕੇ ਬਾਹਰ ਬਿਠਾਤੇ ਉਹ ਰੋਜ਼ ਆ ਕੇ ਦਰਵਾਜ਼ਾ ਖੜਕਾਉਂਦੇ ਆ। ਸੁਨੀਲ ਜਾਖੜ ਨੇ ਅੱਜ ਸਵੇਰੇ ਸਵੇਰੇ ਪ੍ਰਦੇਸ਼ ਕਾਂਗਰਸ ਘੇਰ ਲਈ ਵੀ ਅੱਜ ਵੀ ਇੱਕ ਇਸ਼ਤਿਹਾਰ ਦੇ ਦਿੰਦੇ, ਅੱਜ ਨਹੀਂ ਦਿੱਤਾ। ਉਹ ਕਾਂਗਰਸ ਹਾਈ ਕਮਾਂਡ ਨੂੰ ਖੁਸ਼ ਕਰਦੇ ਆ ਜਾਂ ਉੱਪਰਲਿਆਂ ਨੂੰ ਸੁਣਾਉਂਦੇ ਆ ਕਿ ਥੱਲੇ ਵਾਲੇ ਵੇਖ ਲਓ, ਤੁਹਾਡੀ ਤਾਂ ਪਰਵਾਹ ਹੀ ਨਹੀਂ ਕਰਦੇ। ਗੱਲ ਇਹ ਹੈ ਕਿ ਤੁਸੀਂ ਪੁਰਾਣੇ ਬੰਦਿਆਂ ਨੂੰ ਇੰਨਾ ਇਗਨੋਰ ਨਾ ਕਰੋ ਵੀ ਉਹ ਕਿਸੇ ਦਿਨ ਕੰਧ ਟੱਪ ਕੇ ਤੁਹਾਡੇ ਗਲੋਂ ਫੜਨ ਆ ਕੇ। ਮੈਂ ਭਾਸਕਰ ਸਾਹਿਬ ਇਹਨਾਂ ਗੱਲਾਂ 'ਚ ਬਹੁਤਾ ਨਹੀਂ ਪੈਣਾ ਚਾਹੁੰਦਾ। ਸੁਣਿਆ ਕੱਲ ਵਾਲੀ ਮੀਟਿੰਗ ਦੇ ਵਿੱਚ, ਕੈਬਨਿਟ ਦੀ ਮੀਟਿੰਗ 'ਚ ਕੁਝ ਵੱਡਾ ਹੋਣ ਵਾਲਾ। ਵੈਸੇ ਇੰਨੀ ਵਾਰੀ ਉਮੀਦ ਜਗਾਈ ਜਾਂਦੀ ਆ ਵੀ ਫਿਰ ਬੰਦਾ ਕਹਿੰਦਾ ਸ਼ੇਰ ਆ ਗਿਆ, ਸ਼ੇਰ ਆ ਗਿਆ, ਤੇ ਪਤਾ ਉਦਣ ਲੱਗਦਾ ਜਦੋਂ ਸ਼ੇਰ ਆ ਜਾਂਦਾ, ਪਤਾ ਨਹੀਂ ਆਉਣਾ ਵੀ ਹੈ ਕਿ ਨਹੀਂ। ਮੈਂ ਮੁੜ ਕੇ ਆਵਾਂ। ਜੇ ਸਭ ਤੋਂ ਪਹਿਲਾਂ ਆਪਾਂ ਰਵਨੀਤ ਬਿੱਟੂ ਵਾਲੀ ਗੱਲ ਕਰ ਲਈਏ, ਉਹਨਾਂ ਸਿੱਧੂ ਨੂੰ ਸਾਫ਼-ਸਾਫ਼ ਕਿਹਾ। ਉਂਝ ਸਿੱਧੂ ਨੂੰ ਜਗਾਉਣ ਵਾਲਿਆਂ 'ਚ ਸੁਖਬੀਰ ਬਾਦਲ ਵੀ ਆ, ਪੂਰਾ ਅਕਾਲੀ ਦਲ ਆ, ਕਿ ਕਾਂਗਰਸ ਨੇ ਟਾਈਟਲਰ ਨੂੰ, ਜਗਦੀਸ਼ ਟਾਈਟਲਰ ਨੂੰ ਦਿੱਲੀ ਦੇ ਵਿੱਚ ਨਵੀਂ ਜ਼ਿੰਮੇਵਾਰੀ ਦੇ ਦਿੱਤੀ। ਉਹ ਕੁਝ ਤਾਂ ਬੋਲੋ ਭਾਈ, ਕੁਝ ਤਾਂ ਬੋਲੋ। ਇਹ ਰਲ ਮਿਲ ਕੇ ਨਾ ਸਿੱਧੂ ਨੂੰ ਕਾਂਗਰਸ ਹਾਈ ਕਮਾਂਡ ਤੇ ਗਲ ਪਵਾਉਣਾ ਚਾਹੁੰਦੇ ਆ, ਤੇ ਉਹ ਵੀ ਘੇਸ ਜੀ ਮਾਰ ਕੇ ਬੈਠੇ ਆ ਸਿੱਧੂ ਸਾਹਿਬ। ਪਤਾ ਨਹੀਂ ਹੁਣ ਹੈ ਕਿੱਥੇ ਕਿ ਨੇ, ਮੰਨਦੇ ਨਹੀਂ ਅਜੇ। ਵੈਸੇ ਟਿੱਪਣੀ ਦਿਓ ਹੁਣ ਜਰਾ ਮੈਨੂੰ ਇੱਥੇ। ਦੇਖੋ, ਰਵਨੀਤ ਬਿੱਟੂ ਉਹਨਾਂ ਦੀ ਅੱਜ ਦੀ ਟਿੱਪਣੀ ਹੈਗੀ ਤਾਂ ਬੜੀ ਢੁਕਵੀਂ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਣਾ ਜਦੋਂ ਤੋਂ ਉਹਨਾਂ ਨੇ PPCC ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੈ, ਭਾਵੇਂ ਉਸ ਤੋਂ ਬਾਅਦ ਪਿਛਲੇ ਦਿਨੋਂ 2-3 ਮੀਟਿੰਗਾਂ ਦੇ ਵਿੱਚ ਬਤੌਰ PPCC ਪ੍ਰਧਾਨ ਉਹ ਪੇਸ਼ ਵੀ ਹੋਏ, ਭਾਵੇਂ ਸੋਨੀਆ ਗਾਂਧੀ ਦੇ ਨਾਲ ਦਿੱਲੀ ਮੀਟਿੰਗ ਸੀਗੀ ਜਾਂ ਫਿਰ ਚੰਡੀਗੜ੍ਹ ਦੇ ਵਿੱਚ ਜਿਹੜਾ BSF ਦੇ ਮੁੱਦੇ ਤੇ ਜਿਹੜੀ ਮੀਟਿੰਗ ਸੀਗੀ। ਪਰ ਹਜੇ ਤੱਕ ਉਹਨਾਂ ਨੇ PPCC ਦੇ ਦਫ਼ਤਰ ਚੱਕਰ ਨਹੀਂ ਲਾਇਆ, ਕੋਈ ਗੇੜਾ ਨਹੀਂ ਲਾਇਆ। ਉਹ PPCC ਦਾ ਦਫ਼ਤਰ ਜਿੱਥੇ ਮੰਤਰੀ ਬਹਿਣੇ ਸ਼ੁਰੂ ਹੋ ਗਏ ਸੀਗੇ ਕੈਪਟਨ ਸਰਕਾਰ ਵੇਲੇ, ਜਦ ਤੋਂ ਚੰਨੀ ਸਰਕਾਰ ਬਣੀ ਹੈ, ਮੰਤਰੀ ਤੇ ਦੂਰ ਦੀ ਗੱਲ ਹੈਗੀ ਹੈ, ਕੋਈ MLA ਵੀ ਨਹੀਂ ਉੱਥੇ ਵੜਦਾ। ਪਰ ਅੱਜ ਮੈਨੂੰ ਕੋਈ ਦੱਸ ਰਿਹਾ ਸੀਗਾ, ਇੱਕ ਪਾਣੀਪਤ ਦਾ ਇੱਕ ਕਾਂਗਰਸ ਦਾ ਸਪੋਰਟਰ ਹੈ, ਤੁਸੀਂ ਦੇਖਿਆ ਹੋਵੇਗਾ ਹਰ ਇਲੈਕਸ਼ਨ ਦੇ ਵਿੱਚ ਇੱਕ ਵਿਅਕਤੀ ਆਪਣਾ ਪੂਰਾ ਕਾਂਗਰਸ ਦੇ ਝੰਡੇ ਨੂੰ ਪੇਂਟ ਕਰਕੇ ਉਹ ਪੂਰੀ ਬਾਡੀ ਦੇ ਉੱਤੇ, ਉਹ ਹਰ ਕਾਂਗਰਸ ਦੀ ਵੱਡੀ ਰੈਲੀ ਦੇ ਵਿੱਚ ਹੁੰਦਾ ਹੈ। ਉਹ ਕਿਤੇ ਦੀਵਾਲੀ ਮਨਾਉਣ ਚਲਾ ਗਿਆ PPCC ਦਫ਼ਤਰ, ਤੇ ਉਹਨੇ ਕਿਸੇ ਹੋਰ ਆਗੂ ਨੂੰ ਫੋਨ ਕੀਤਾ ਵੀ ਇੱਥੇ ਤੇ ਆ ਤੇ ਸ਼ਮਸ਼ਾਨ ਘਾਟ ਜਿਹਾ ਹੀ ਬਣਿਆ ਪਿਆ, ਕੋਈ ਬੰਦਾ ਨਾ ਬੰਦੇ ਦੀ ਯਾਦ। ਤੇ ਉਸ ਲੀਡਰ ਨੇ, ਭਾਵੇਂ ਉਹ ਇੰਨੇ ਵੱਡੇ ਲੈਵਲ ਦਾ ਲੀਡਰ ਨਹੀਂ ਸੀ, ਉਹ ਕਹਿੰਦਾ ਵੀ ਤੂੰ ਹੈ ਕਿੱਥੇ? ਕਹਿੰਦਾ ਮੈਂ ਪੰਜਾਬ ਭਵਨ ਆਇਆ ਕਿ ਮੈਂ ਸੋਚਿਆ ਦੀਵਾਲੀ ਮੰਗਾਵਾਂ, ਇਲੈਕਸ਼ਨ ਦਾ ਟਾਈਮ ਆਉਣ ਵਾਲਾ ਹੈ, ਫਿਰ ਮੈਨੂੰ ਸੱਜਣਾ ਸਵਰਨਾ ਹੈਗਾ। ਤੇ ਉਹਨੂੰ ਉਹ ਵਿਅਕਤੀ ਦੀਵਾਲੀ ਦੇਣ 2 ਘੰਟੇ ਬਾਅਦ ਉੱਥੇ ਗਿਆ, 100, 200, 500 ਰੁਪਏ ਦਿੱਤੇ ਹੋਣਗੇ। ਪਰ ਹਾਲਾਤ ਇਹ ਨੇ ਕਿ ਦੀਵਾਲੀ ਦੇ ਸੀਜ਼ਨ ਦੇ ਵਿੱਚ PPCC ਇਲੈਕਸ਼ਨ ਤੋਂ 2-3 ਮਹੀਨੇ ਪਹਿਲੇ ਬਿਲਕੁਲ ਵੀਰਾਨ ਹੋ ਜਾਣੀ, ਇਹ ਆਪਣੇ ਆਪ ਵਿੱਚ ਇੱਕ ਬੜੀ ਹੀ ਅਜੀਬ ਜੀ ਗੱਲ ਹੈਗੀ ਹੈ। ਅੱਛਾ, ਇੱਕ ਕੰਮ ਕਰ ਲਈਏ ਭਾਸਕਰ ਸਾਹਿਬ, ਆ ਸ਼ਮਸ਼ਾਨ ਘਾਟ ਵਾਲਾ ਸ਼ਬਦ ਵਾਪਸ ਲੈ ਲਈਏ। ਐ ਨਾ ਕਰੋ ਯਾਰ, ਜ਼ਿਆਦਾ ਹੋ ਗਿਆ ਥੋੜਾ ਜਿਹਾ। ਆਪਾਂ ਸ਼ਾਂਤੀ ਦੀ ਗੱਲ ਕੀਤੀ ਸੀ, ਆਪਾਂ ਸ਼ਾਂਤੀ ਦੀ ਗੱਲ ਕੀਤੀ ਸੀ। ਘਾਟ ਦਾ ਸ਼ਬਦ ਦਾ ਯੂਜ਼ ਸਿਰਫ ਇੱਕ ਗੱਲ ਕਰਕੇ ਨਹੀਂ ਕਰਦੇ ਕਿ ਵੀ ਜਿੱਥੇ ਸ਼ਾਂਤੀ ਮਿਲਦੀ ਹੈ, ਸ਼ਾਂਤੀ ਹੁੰਦੀ ਹੈ,
ਔਰ ਅਜੀਬ ਜੀ ਸ਼ਾਂਤੀ ਹੁੰਦੀ ਹੈ, ਉਦਾਂ ਦਾ ਮਾਹੌਲ ਸੀਗਾ। ਚਲੋ ਤੁਹਾਡੀ ਗੱਲ ਠੀਕ ਹੈ, ਆਪਾਂ ਉਹ ਸ਼ਬਦ ਵਾਪਸ ਚਲੋ ਲੈ ਇਹ ਲੈਂਦੇ ਹਾਂ। ਪਰ ਹਾਸੀਆਂ ਖੇਡੀਆਂ ਵੀਰਾਨ ਹੀ ਨੇ, ਹਾਸੀਆਂ ਵੀਰਾਨ ਖੇਡੀਆਂ ਸੀਗਾ, ਹੀ ਨੇ। ਹਾਂਜੀ ਪੀਪੀਸੀਸੀ ਦਾ ਜੀ। ਦਫ਼ਤਰ ਵੀਰਾਨ ਸੀਗਾ। ਕੋਈ ਵੀ ਵਿਅਕਤੀ, ਕੋਈ ਵੀ ਆਗੂ, ਭਾਵੇਂ ਉਹ 4 ਐਕਟਿੰਗ ਪ੍ਰਧਾਨ ਸੀਗੇ, ਇੱਕ ਹੂੰ ਪੂਰਾ ਪ੍ਰਧਾਨ ਹੈਗਾ, ਜਨਰਲ ਸੈਕਟਰੀ ਵੀ 2 ਕੁ ਲਾਏ ਨੇ, ਟ੍ਰੈਜ਼ਰਰ ਵੀ ਇੱਕ ਲਾਇਆ ਹੈ, ਕੋਈ ਵੀ ਜੀ ਉੱਥੇ ਬਹਿੰਦਾ ਨਹੀਂ। ਔਰ ਅੱਜ ਦੀ ਨਹੀਂ ਗੱਲ, ਕਈ ਦਿਨਾਂ ਤੋਂ ਏਦਾਂ ਦਾ ਮਾਹੌਲ ਉੱਥੇ ਹੈਗਾ। ਉਸ ਮਾਹੌਲ ਦੇ ਉੱਤੇ ਹੀ ਤੰਜ ਕੱਸਦੇ ਹੋਏ ਰਵਨੀਤ ਬਿੱਟੂ ਨੇ ਅੱਜ ਕਿਹਾ ਹੈ ਕਿ ਸਿੱਧੂ ਸਾਹਿਬ, ਤੁਸੀਂ ਪ੍ਰਧਾਨ ਹੋ, ਤੁਸੀਂ ਮੰਜਾ ਡਾਣ ਦੀ ਗੱਲ ਕੀਤੀ ਸੀ, ਉੱਥੇ ਮੇਰਾ ਬਿਸਤਰਾ ਉੱਥੇ ਲੱਗੂਗਾ, ਮੈਂ 15 ਅਗਸਤ ਤੋਂ ਬਾਅਦ ਪੀਪੀਸੀ ਤੇ ਦਫ਼ਤਰ ਹੀ ਬੈਠੂੰਗਾ। ਤੁਸੀਂ ਤਾਂ ਕਈ ਦਿਨਾਂ ਤੋਂ ਗਏ ਤੱਕ ਨਹੀਂ ਉੱਥੇ, ਤੇ ਜਾਓ, ਦੀਵਾਲੀ ਦਾ ਟਾਈਮ ਹੈ, ਕੋਈ ਦੀਵੇ ਦੀਵੇ ਬਾਲ ਆਓ। ਪਰ ਇਹ ਤੰਜ ਜ਼ਰੂਰ ਸੀਗਾ। ਜਦ ਪੱਤਰਕਾਰ ਨੇ ਪੁੱਛਿਆ ਵੀ ਇਹ ਕੀ ਗੱਲ ਹੋ ਗਈ, ਕਹਿੰਦੇ ਹਾਂ ਬਈ ਪ੍ਰਧਾਨ ਹੈ ਸਾਡੇ, ਉਹਨਾਂ ਨੂੰ ਤੇ ਪੀਪੀਸੀਸੀ ਦੇ ਦਫ਼ਤਰ ਜਾਣਾ ਹੀ ਚਾਹੀਦਾ। ਇਲੈਕਸ਼ਨ ਤੋਂ 2-3 ਮਹੀਨੇ ਪਹਿਲੇ ਜੇ ਪੀਪੀਸੀਸੀ ਦਾ ਦਫ਼ਤਰ ਵੀਰਾਨ ਜਿਹਾ ਲੱਗ ਰਿਹਾ ਹੈ, ਤੇ ਤੁਸੀਂ ਜੀ ਇਹ ਦੇਖ ਸਕਦੇ ਹੋ ਕਿ ਆਰਗੇਨਾਈਜੇਸ਼ਨ ਦੇ ਲੈਵਲ ਤੇ ਕਿੱਦਾਂ ਪਾਰਟੀ ਕਮਜ਼ੋਰ ਪੈਂਦੀ ਹੋਈ ਨਜ਼ਰ ਆ ਰਹੀ ਹੈ। ਦੂਜੇ ਪਾਸੇ ਵੈਸੇ ਭਾਸਕਰ ਸਾਹਿਬ, ਆ ਬਿੱਟੂ ਪੂਰਾ ਸੱਜਰਾ ਸ਼ਰੀਕ ਨੇ। ਇਹ ਰਾਈਵਲਰੀ ਛੋਟੀ ਥੋੜਾ ਵਾ, ਉਹ ਵੀ ਉੱਤੇ ਗੇੜੀਆਂ ਗੁੜੀਆਂ ਮਾਰਦੇ ਆ ਵੀ ਜੇ ਸਿੱਧੂ ਨੂੰ ਲਾਉਣਾ ਤੇ ਮੈਂ ਹੂੰ ਨਾ, ਮੈਨੂੰ ਬਣਾਓ ਪ੍ਰਧਾਨ। ਉਂਝ ਵੈਸੇ ਮੈਂ ਪਹਿਲੀ ਵਾਰੀ ਸੁਣਦਾ ਹੈ ਵੀ ਜਿੱਥੇ ਵਹੀ ਖਾਤਾ ਹੀ ਹੈ ਨਹੀਂ ਤੇ ਪੈਸੇ ਵੀ ਜੇਬ 'ਚ ਹੈ ਨਹੀਂ, ਉੱਥੇ ਖਜ਼ਾਨਚੀ ਲਾ ਕੇ ਰੱਖੇ, ਕਰਦੇ ਕੀ ਹੋਣਗੇ। ਖੈਰ, ਇੱਕ ਹੋਰ ਅਹਿਮ ਸਵਾਲ ਜਿਹੜਾ ਉਹ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਚੁੱਪ ਨੂੰ ਕਿਸ ਖਾਤੇ 'ਚ ਪਾਓਗੇ। ਇਹ ਚੁੱਪ ਉਹਨਾਂ ਦੀ ਮੈਡੀਟੇਸ਼ਨ ਵਾਲੀ ਚੁੱਪ ਆ, ਇਹ ਚੁੱਪ ਨਾਰਾਜ਼ਗੀ ਵਾਲੀ ਚੁੱਪ ਹੈ, ਜਾਂ ਇਹ ਚੁੱਪ ਸਰਕਾਰ ਕੰਮ ਕਰ ਰਹੀ ਹੈ ਤੇ ਅਗਲੇ ਨਿਸ਼ਚਿੰਤ ਹੋ ਕੇ ਬੈਠੇ ਨੇ ਵੀ ਮੈਂ ਕੀ ਕਰਨਾ, ਕਰੀ ਜਾਂਦੇ ਨੇ। ਇਹਨੂੰ ਕਿਹੜੇ ਖਾਤੇ 'ਚ ਪਾਉਣਾ ਜੇ? ਨਵਜੋਤ ਸਿੰਘ ਸਿੱਧੂ ਨੂੰ ਯਾਦ ਹੋਏਗਾ, ਤੁਹਾਨੂੰ ਕਿਹਾ ਸੀ ਮੈਨੂੰ ਜਿਹੜੀ ਪੋਸਟ ਹੈਗੀ ਹੈ ਜਾਂ ਚੀਫ ਮਿਨਿਸਟਰਸ਼ਿਪ ਜਾਂ ਕਿਸੇ ਤੋਂ ਵੀ ਕੋਈ ਲੈਣਾ ਦੇਣਾ ਨਹੀਂ ਹੈ, ਮੈਂ ਆਪਣੇ ਮੁੱਦਿਆਂ ਤੇ ਖੜਾ। ਮੈਨੂੰ ਇਹ ਲੱਗਦਾ ਹੈ ਕਿ ਸਿੱਧੂ ਉਹਨਾਂ ਦੇ 20 ਮੁੱਦਿਆਂ ਦੇ ਉੱਤੇ ਹੁਣ ਗੱਲ ਹੋਣੀ ਸ਼ੁਰੂ ਹੋ ਗਈ ਹੈ। ਕੱਲ ਦੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਲੱਗਦਾ ਹੈ ਕਿ ਜਿਹੜਾ 13 ਨੂੰ 31 ਪ੍ਰੋਗਰਾਮ ਸਿੱਧੂ ਉਹਨਾਂ ਨੇ ਵੀ ਦਿੱਤਾ ਸੀਗਾ, ਉਹਦੇ ਵਿੱਚੋਂ ਕੁਝ ਪੁਆਇੰਟ ਦੇ ਉੱਤੇ ਨਾ ਕੇਵਲ ਕੱਲ ਗੱਲ ਹੋਏਗੀ, ਉਹਦੇ ਵਿੱਚ ਵੱਡੇ ਫੈਸਲੇ ਵੀ ਲਿੱਤੇ ਜਾ ਸਕਦੇ ਆ। ਪੀਪੀਸੀਸੀ ਐਗਰੀਮੈਂਟ ਦੇ ਤੁਸੀਂ, ਤੁਹਾਨੂੰ ਪਤਾ ਹੀ ਹੈ, ਕੱਲ ਜੀਵੀਕੇ ਦਾ ਉਹਨਾਂ ਨੇ ਟਰਮੀਨੇਸ਼ਨ ਦਾ ਪਾਸ ਕਰਤਾ ਕਿ ਵੀ ਉਹ ਟਰਮੀਨੇਸ਼ਨ ਹੋਣਾ ਚਾਹੀਦਾ, ਨੋਟਿਸ ਜਾਰੀ ਹੋ ਗਈ। ਕੱਲ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿ 300 ਯੂਨਿਟ ਫ੍ਰੀ ਦੇਣ ਦੀ ਗੱਲ ਜਿਹੜੀ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਹੀ ਸੀ ਵੀ ਛੇਤੀ ਕਰੋ, ਉਹਦਾ ਵੀ ਕੱਲ ਕੋਈ ਐਲਾਨ ਹੋ ਸਕਦਾ ਹੈ। ਹੁਣ ਇਹ 300 ਯੂਨਿਟ ਸਾਰਿਆਂ ਵਾਸਤੇ ਫ੍ਰੀ ਹੁੰਦੇ ਆ, ਜੋ ਹਰੀਸ਼ ਰਾਵਤ ਨੇ ਕਿਹਾ ਸੀਗਾ ਕਿ ਪੰਜਾਬ ਦੇ ਸਾਰੇ ਪਰਿਵਾਰਾਂ ਨੂੰ 300 ਯੂਨਿਟ ਫ੍ਰੀ ਦਿਓ। ਮੈਨੂੰ ਲੱਗਦਾ ਇਹਦਾ ਕੁਝ ਫੈਸਲਾ ਕੱਲ ਹੋਣ ਵਾਲਾ ਹੈ। ਬੇਅਦਬੀਆਂ ਦੇ ਮੁੱਦੇ ਤੇ ਵੀ ਕਾਰਵਾਈ ਕਰਨ ਦਾ, ਕਾਰਵਾਈ ਨੂੰ ਇੱਕ ਲੌਜੀਕਲ ਐਂਡ ਤੇ ਲੈ ਕੇ ਜਾਣ ਦੀ ਗੱਲ ਵੀ ਚੱਲਦੀ ਪਈ ਆ। ਉਹਦਾ ਇਸ ਕੈਬਨਿਟ ਦੀ ਮੀਟਿੰਗ ਵਿੱਚ ਕੀ ਜ਼ਿਕਰ ਹੁੰਦਾ ਹੈ ਜਾਂ ਨਹੀਂ ਹੁੰਦਾ, ਸਾਨੂੰ ਨਹੀਂ ਪਤਾ। ਪਰ ਹੋਰ 1 ਲੱਖ ਨੌਕਰੀਆਂ ਕੱਢਣ ਦੀ ਗੱਲ ਜਿਹੜੀ ਆਪਣੀ ਐਡਵਰਟਾਈਜ਼ਮੈਂਟ ਦੇ ਵਿੱਚ ਚੰਨੀ ਸਾਹਿਬ ਨੇ ਕਹੀ ਹੈ, ਉਹਦੇ ਉੱਤੇ ਵੀ ਕੱਲ ਵੱਡਾ ਫੈਸਲਾ ਹੋਣਾ ਹੈ। ਚੰਨੀ ਸਾਹਿਬ ਦੇ ਨਿਕਟਤਮ ਸੋਰਸਿਸ, ਯਾਨੀ ਉਹਨਾਂ ਦੇ ਕਲੋਜ਼ ਸੋਰਸਿਸ ਹੈਗੇ ਨੇ, ਉਹ ਇਹ ਗੱਲ ਕਹਿੰਦੇ ਨੇ ਕੱਲ ਬਹੁਤ ਹੀ ਵੱਡੇ ਫੈਸਲੇ ਹੋਣ ਵਾਲੇ ਆ। ਭਾਸਕਰ ਸਾਹਿਬ, ਜੇ ਫਾਸਟ ਟਰੈਕ ਅਦਾਲਤਾਂ ਵੱਲ ਕੈਬਨਿਟ ਤੁਰਦੀ ਆ ਜਾਂ ਉਹ ਰਿਕੁਐਸਟ ਕਰਦੀ ਆ ਮਾਣਯੋਗ ਹਾਈ ਕੋਰਟ ਦੇ ਚੀਫ ਜਸਟਿਸ ਨੂੰ, ਤਾਂ ਇਹ ਇੱਕ ਬਿਹਤਰ ਮੂਵ ਹੋ ਸਕਦੀ ਆ ਕਿ ਫਾਸਟ ਟਰੈਕ ਦਾ ਮਤਲਬ ਹਰ ਦਿਨ ਦੇ ਆਧਾਰ ਤੇ ਇਹਨਾਂ ਮਾਮਲਿਆਂ 'ਚ, ਸੈਂਸਿਟਿਵ ਮਾਮਲਿਆਂ 'ਚ ਸੁਣਵਾਈ ਹੋਵੇ। ਤੁਹਾਨੂੰ ਯਾਦ ਹੋਣਾ 2-3 ਸਾਲ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਮੌਕੇ ਤੇ ਵੀ ਇਹ ਗੱਲ ਅੱਗੇ ਵਧਾਈ ਗਈ ਸੀ, ਜਿਹੜੀ ਆਈ ਗਈ ਹੋ ਗਈ ਬਾਅਦ 'ਚ। ਜੇ ਇੰਜ ਵਾਪਰ ਜੇ ਤਾਂ ਸ਼ਾਇਦ ਮੇਰੇ ਖਿਆਲ ਇਹ ਕ੍ਰੈਡਿਟ ਚੰਨੀ ਸਰਕਾਰ ਨੂੰ ਜ਼ਰੂਰ ਮਿਲੂਗਾ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ 300 ਯੂਨਿਟ ਬਿਜਲੀ ਮਾਫੀ ਦੀ ਗੱਲ ਤੁਰਦੀ ਪਈ ਹੈ, ਪਰ ਇਹਦਾ ਆਧਾਰ ਕੀ ਹੋਊਗਾ? ਕਿ ਇਹ ਸਿਰਫ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਜਾਂ BPL ਵਾਲਿਆਂ ਨੂੰ ਮਿਲੂਗੀ, ਜਾਂ ਜਿਹੜੇ ਵੀ ਆਰਥਿਕ ਤੌਰ ਤੇ ਕਮਜ਼ੋਰ ਆ ਉਹਨਾਂ ਸਾਰਿਆਂ ਲਈ ਕਰ ਦਿਓ? ਜੇ ਕਰਨਾ ਹੀ ਆ ਤਾਂ ਵਰਗ ਵੰਡ ਕਿਉਂ ਕਰ ਦਿਓ? ਜਿਹੜੇ ਟੈਕਸ ਦਿੰਦੇ ਆ ਉਹਨਾਂ ਨੂੰ ਤੁਸੀਂ ਖਾਤੇ ਚੋਂ ਬਾਹਰ ਰੱਖ ਦਿਓ ਤੇ ਉਹ ਰੌਲਾ ਪਾਉਂਦੇ ਨੇ, ਬਣਦਾ ਵੀ ਆ। ਸੋ ਸਮਾਜ ਨੂੰ ਇੱਕੋ ਹੀ ਦ੍ਰਿਸ਼ਟੀਕੋਣ ਤੋਂ ਵੇਖਣਾ ਬਣਦਾ ਹੈ। ਪਰ ਮੈਂ ਜੇ ਇਸ ਸਾਰੀ ਚੀਜ਼ ਨੂੰ ਅੱਗੇ ਵਧਾਉਣਾ ਹੈ ਤਾਂ ਮੈਨੂੰ ਇੰਝ ਲੱਗਦਾ ਹੈ ਕਿ ਜਿਹੜੀ ਰਾਜਨੀਤੀ ਆ, ਰਾਜਨੀਤੀ ਫੋਕਸ ਕਰਤੀ ਗਈ ਆ ਮੁੱਖ ਮੰਤਰੀ ਦੇ ਚਿਹਰੇ ਤੇ। ਮੁੱਖ ਮੰਤਰੀ ਦਾ ਚਿਹਰਾ ਕਦੇ ਉਹ ਗੋਲਕੀਪਰ ਬਣ ਕੇ ਅੱਗੇ ਵੱਧਦਾ ਹੈ, ਕਦੇ ਉਹ ਜਲੰਧਰ ਦੇ ਵਿੱਚ ਸਾਰੇ MLA ਤੇ MPs ਨੂੰ ਮਿਲਦੇ ਆ। ਇਹਦਾ ਮਤਲਬ ਹੈ ਕਿ ਪ੍ਰਸ਼ਾਸਨਿਕ ਪੱਧਰ ਤੇ ਮੁੱਖ ਮੰਤਰੀ ਕੁਦਰਤੀ ਤੌਰ ਤੇ ਅਗਵਾਈ ਦੇ ਰਿਹਾ ਔਰ ਉਹਨਾਂ ਨੂੰ ਪੂਰੀ ਤਰ੍ਹਾਂ ਫ੍ਰੀ ਹੈਂਡ ਇਸ ਵੇਲੇ ਮਿਲਿਆ ਹੋਇਆ। ਦੂਜੇ ਬੰਨੇ ਰਾਜਨੀਤਿਕ ਤੌਰ ਤੇ ਚਿਹਰੇ ਵਜੋਂ ਪੋਲੀਟੀਕਲ ਲੋਕਾਂ ਨੂੰ ਮਿਲਣਾ, ਇਹ ਵੀ ਅੱਗੇ ਵਧਾਤੀ ਗਈ ਗੱਲ। ਔਰ ਦਿਨ ਰਾਤ ਚਰਨਜੀਤ ਸਿੰਘ ਚੰਨੀ ਆਪਣਾ ਕੰਮ ਕਰ ਰਿਹਾ
ਸਿੱਧੂ ਦੀ ਸਪੇਸ ਹੌਲੀ-ਹੌਲੀ ਮੁੱਕਦੀ ਜਾ ਰਹੀ ਹੈ। ਇਹ ਬਹੁਤ ਕਾਂਗਰਸ ਦੇ ਵਿੱਚ ਤਿੱਖੀ ਤੇ ਤੀਬਰ ਗੱਲ ਆ ਜਿਹੜੀ ਆਮ ਹਲਕਿਆਂ 'ਚ ਹੋ ਰਹੀ ਹੈ ਕਿ ਕੀ ਚੰਨੀ ਦੀ ਅਗਵਾਈ ਦੇ ਵਿੱਚ ਹੀ ਅੱਗੇ ਜਾਇਆ ਜਾਣਾ, ਤੇ ਐਸੀ ਸਥਿਤੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਖਤਮ ਮੰਨ ਲਈ ਜਾਵੇ ਪੰਜਾਬ ਦੇ ਦ੍ਰਿਸ਼ ਵਿੱਚ। ਇਹ ਬੜਾ ਅਹਿਮ ਸਵਾਲ ਆ। ਦੇਖੋ, ਜਦ ਤੋਂ ਚੰਨੀ ਉਹਨਾਂ ਲਾਸਟ ਮੀਟਿੰਗ ਰਾਹੁਲ ਗਾਂਧੀ ਨਾਲ ਕਰਕੇ ਆਏ ਨੇ, ਉਹ ਘੋੜੇ ਤੇ ਸਵਾਰ ਨੇ। ਤੁਸੀਂ ਦੇਖਿਆ ਹੋਵੇਗਾ ਕਿ 24 ਘੰਟਿਆਂ ਦੇ ਵਿੱਚੋਂ ਉਹ 18 ਘੰਟੇ ਨਜ਼ਰ ਆਉਂਦੇ ਨੇ। ਕਦੀ ਕਿਸੇ ਰਾਤੀ 12 ਵਜੇ ਪਹੁੰਚ ਜਾਂਦੇ ਨੇ, ਕਦੀ 1 ਵਜੇ ਪਹੁੰਚ ਜਾਂਦੇ ਨੇ। ਅੱਜ ਵੀ ਚੰਨੀ ਉਹਨਾਂ ਦਾ ਜਿਹੜਾ ਜਲੰਧਰ ਦਾ ਦੌਰਾ ਸੀਗਾ, ਉਹਨੂੰ ਆਪਾਂ ਤੂਫਾਨੀ ਦੌਰਾ ਕਹੀਏ ਤੇ ਉਹ ਘੱਟ ਨਹੀਂ ਜੀ ਹੋਏਗਾ। ਉਹਨਾਂ ਨੇ ਕੋਈ ਏਦਾਂ ਦਾ ਆਗੂ ਨਹੀਂ ਛੱਡਿਆ, ਖਾਸ ਕਰਕੇ ਐਮਐਲਏ ਐਮਪੀ, ਜਿਨ੍ਹਾਂ ਦੇ ਉਹ ਘਰ ਨਾ ਗਏ ਹੋਣ। ਦੇਵੀ ਜੀ ਤਲਾ ਮੰਦਿਰ ਦੀ ਮੱਥਾ ਉਹਨਾਂ ਨੇ ਟੇਕਿਆ, ਜਿੱਥੇ ਕੇਜਰੀਵਾਲ ਪਿਛਲੇ ਦਿਨ ਹੋ ਕੇ ਗਏ ਸੀ। ਔਰ ਜੀ ਕੁਝ ਫੈਸਲੇ, ਹਾਲਾਂਕਿ ਕੁਝ ਸੈਕਸ਼ਨ ਦੇ ਵਿੱਚ ਉਹਨਾਂ ਦਾ ਅੱਜ ਵਿਰੋਧ ਵੀ ਹੋਇਆ। ਇੱਕ ਜਗ੍ਹਾ ਹੂੰ ਕਿਸਾਨਾਂ ਨੇ ਵੀ ਉਹਨਾਂ ਦਾ ਵਿਰੋਧ ਕੀਤਾ, ਇੱਕ ਜਗ੍ਹਾ ਟੀਚਰਾਂ ਨੇ ਵੀ ਉਹਨਾਂ ਦਾ ਵਿਰੋਧ ਕੀਤਾ। ਜੀ ਕਿਸਾਨਾਂ ਦੇ ਮੁੱਦੇ ਦੇ ਉੱਤੇ ਜਦ ਉਹ ਰਾਜੇਵਾਲ ਉਹਨਾਂ ਨਾਲ ਗੱਲ ਕਰਦੇ ਨੇ ਕੱਲ, ਤੇ ਉਸ ਹੂੰ ਗੱਲ ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਨੇ। ਜੀ ਉਹਨਾਂ ਦਾ ਰਾਜੇਵਾਲ ਉਹਨਾਂ ਨੂੰ ਫੋਨ ਕਰਕੇ ਇਹ ਪੁੱਛਣਾ ਕਿ ਤੁਸੀਂ ਜਿੱਦਾਂ ਦਾ ਕਾਨੂੰਨ ਚਾਹੁੰਦੇ ਹੋ, ਜੀ ਜਿੱਦਾਂ ਦਾ ਕੋਈ ਕੰਮ ਚਾਹੁੰਦੇ ਹੋ, ਡਰਾਫਟ ਬਣਾ ਕੇ ਭੇਜ ਦਿਓ, ਅਸੀਂ 8 ਨਵੰਬਰ ਨੂੰ ਉਹ ਐਜ਼ ਇਟ ਇਜ਼ ਪਾਸ ਕਰ ਦਾਂਗੇ। ਲੱਗਦਾ ਹੈ ਕਿ ਚੰਨੀ ਉਹਨਾਂ ਜੀ ਨੂੰ ਉੱਤੋਂ ਕੋਈ ਇਸ਼ਾਰਾ ਹੋ ਗਿਆ। 2022 ਦੇ ਵਿੱਚ ਤੁਹਾਡਾ ਚਿਹਰਾ ਹੋਏਗਾ, ਤੁਸੀਂ ਤਿਆਰੀ ਕਰੋ, ਰੋਡ ਮੈਪ ਤਿਆਰ ਕਰੋ। ਏਦਾਂ ਦੀ ਖਬਰਾਂ ਵੀ ਛਪੀਆਂ। ਔਰ ਦੂਜੇ ਪਾਸੇ ਜੀ ਸਿੱਧੂ ਉਹਨਾਂ ਕਿੱਥੇ ਖੜਦੇ ਨੇ? ਇੱਕ ਅੰਗਰੇਜ਼ੀ ਦੇ ਅਖਬਾਰ ਦੇ ਵਿੱਚ ਇਹ ਗੱਲ ਛਪੀ ਵੀ ਹੈ ਕਿ ਰਾਹੁਲ ਗਾਂਧੀ ਉਹਨਾਂ ਨੇ ਸ਼ਾਇਦ ਸਿੱਧੂ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਲੈਟ ਹਿਮ ਗੋ, ਯਾਨੀ ਉਹ ਜੋ ਕਰਨਾ ਚਾਹੁੰਦੇ ਨੇ ਉਹ ਕਰ ਲੈਣ। ਉਹ ਖਬਰ ਕਿੰਨੀ ਕੁ ਸੱਚੀ ਹੈ, ਕਿੰਨੀ ਕੁ ਉਹਦੀ ਅਸੀਂ ਪੁਸ਼ਟੀ ਤੇ ਨਹੀਂ ਕਰਦੇ, ਪਰ ਇਹ ਖਬਰ ਅੰਗਰੇਜ਼ੀ ਦੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪੀ ਹੈ। ਹੁਣ ਏਦਾਂ ਜੀ ਦੇ ਹਾਲਾਤ ਸਿੱਧੂ ਦੀ ਅਗਲੀ ਰਾਜਨੀਤੀ ਕੀ ਹੋਏਗੀ? ਕੀ ਉਹ ਆਮ ਆਦਮੀ ਪਾਰਟੀ ਵੱਲ ਜਾਣਗੇ, ਕੀ ਉਹ ਆਪਣੀ ਪਾਰਟੀ ਬਣਾਉਣਗੇ, ਜਾਂ ਫਿਰ ਏਦਾਂ ਹੀ ਚੋਣਾਂ ਤੱਕ ਕਾਂਗਰਸ ਵਾਸਤੇ ਕੈਂਪੇਨ ਕਰਦੇ ਹੋਏ ਨਜ਼ਰ ਆਉਣਗੇ? ਇਹ ਤੇ ਖੈਰ ਬਿਲਕੁਲ 2-4 ਠੀਕ ਹੈ। ਦਿਨਾਂ 'ਚ ਪਤਾ ਲੱਗ ਜਾਏਗਾ। ਪਰ ਫਿਲਹਾਲ ਹੂੰ ਸਿੱਧੂ ਉਹਨਾਂ ਦੀ ਸਥਿਤੀ ਕੋਈ ਬਹੁਤੀ ਚੰਗੀ ਕਾਂਗਰਸ ਦੇ ਵਿੱਚ ਨਹੀਂ ਹੈ। ਜੀ, ਪਰ ਭਾਸਕਰ ਸਾਹਿਬ, ਅਮੂਮਨ ਲੋਕ ਸਾਨੂੰ ਸਵਾਲ ਕਰ ਦਿੰਦੇ ਕਿ ਰਾਜਨੀਤੀ 'ਚ ਇਸ ਤੋਂ ਪਰੇ ਵੀ ਬਹੁਤ ਕੁਛ ਆ, ਤੁਸੀਂ ਮੁੱਦਿਆਂ ਦੀ ਗੱਲ ਕਰੋ। ਮੈਨੂੰ ਲੱਗਦਾ ਕਿ ਮੁੱਦੇ ਵੀ ਸਿਮਟ ਕੇ ਇੱਥੇ ਹੀ ਆਲੇ-ਦੁਆਲੇ ਘੁੰਮਦੇ ਪਏ ਆ। ਜਿਹੜੀ ਧਿਰ ਸੱਤਾ ਦੇ ਵਿੱਚ ਹੈ ਜਾਂ ਜਿਹੜੀ ਵਿਰੋਧ ਵਿੱਚ ਆ, ਉਹਦੇ ਵਿੱਚੋਂ ਸਭ ਤੋਂ ਐਕਟਿਵਿਟੀ ਜਿਹੜੀ ਹੁੰਦੀ ਆ, ਉਹਦੇ ਉੱਤੇ ਫੋਕਸ ਕਰਨਾ ਹੁੰਦਾ ਹੈ। ਸੋ ਇਸ ਵੇਲੇ ਸਭ ਤੋਂ ਵੱਡਾ ਸਵਾਲ ਸੀ ਕਿ ਨਵਜੋਤ ਸਿੰਘ ਦੇ ਦਬਾਅ ਥੱਲੇ ਕੈਪਟਨ ਅਮਰਿੰਦਰ ਸਿੰਘ ਗਏ। ਹਾਈ ਕਮਾਂਡ ਪਹਿਲਾਂ ਹੀ ਮਨ ਬਣਾ ਕੇ ਬੈਠੀ ਸੀ, ਤੇ ਹੁਣ ਉਹਨਾਂ ਦਬਾਵਾਂ ਥੱਲੇ ਹੀ ਮੁੱਦਿਆਂ ਤੇ ਰਾਜਨੀਤੀ ਹੋ ਰਹੀ ਜੇ ਕੈਬਨਿਟ ਕੋ ਫੈਸਲੇ ਲੈਂਦੀ ਆ। ਸੋ ਜਦੋਂ ਵਿਰੋਧੀ ਧਿਰ ਨਾਕਾਮ ਹੋ ਜਾਂਦੀ ਆ, ਫਿਰ ਕੋਈ ਜਿਹੜੀ ਧਿਰ ਤੋਂ ਵੀ ਕੋਈ ਆਸ ਬਣਦੀ ਆ, ਉਹਦੇ ਉੱਤੇ ਫੋਕਸ ਹੋ ਜਾਂਦਾ ਸਾਰੇ ਦਾ ਸਾਰਾ ਧਿਆਨ। ਮੈਂ ਇਸ ਤੋਂ ਅੱਗੇ ਜਾਵਾਂ ਤੇ ਮੈਨੂੰ ਇਹ ਜ਼ਰੂਰ ਦੱਸਿਓ ਕਿ ਸੁਨੀਲ ਜਾਖੜ ਜਿਹੜੇ ਮੁੱਖ ਮੰਤਰੀ ਬਣਦੇ ਬਣਦੇ ਰਹਿ ਗਏ, ਉਹਨਾਂ ਦੀ ਕਸਕ, ਉਹਨਾਂ ਦੇ ਅੰਦਰਲੀ ਟੀਸ ਅਜੇ ਮਰਦੀ ਨਹੀਂ, ਮੁੱਕਦੀ ਨਹੀਂ। ਅੱਜ ਫਿਰ ਉਹਨਾਂ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ, ਅੱਗੇ ਵੀ 3-4 ਵਾਰੀ ਉਹਨਾਂ ਨੇ ਪ੍ਰਦੇਸ਼ ਜਿਹੜੀ ਕਾਂਗਰਸ ਹੈ ਔਰ ਸਰਕਾਰ ਹੈ ਇਹਨੂੰ ਘੇਰਿਆ। ਹਾਈ ਕਮਾਂਡ ਨਾਲ ਉਹ ਲੜਦੇ ਨਹੀਂ ਦਿਸਦੇ, ਪਰ ਪੰਜਾਬ ਵਾਲਿਆਂ ਨਾਲ ਉਹ ਡਾਢੇ ਨਾਰਾਜ਼ ਆ। ਨਾ ਤਾਂ ਮੁੱਖ ਮੰਤਰੀ ਉਹਨਾਂ ਦੇ ਘਰੇ ਚਾਹ ਪੀਣ ਗਏ ਤੇ ਨਾ ਉਹਨਾਂ ਨੂੰ ਬਹੁਤੀ ਤਵੱਜੋ ਦਿੱਤੀ, ਸੱਦਿਆ। ਹੁਣ ਪੁਰਾਣਾ ਸੀਨੀਅਰ ਬੰਦਾ ਹੈ, ਸਾਬਕਾ ਪ੍ਰਦੇਸ਼ ਪ੍ਰਧਾਨ ਹੈ, ਮੈਂਬਰ ਪਾਰਲੀਮੈਂਟ ਹੈ, ਵੱਡਾ ਹਿੰਦੂ ਚਿਹਰਾ ਹੈ, ਉਹਨੂੰ ਤੁਸੀਂ ਇਗਨੋਰ ਕਰ ਰਹੇ ਹੋ। ਅਗਲਾ ਤੁਹਾਡੇ ਦਰਵਾਜ਼ੇ ਤਾਂ ਭੰਨੂ। ਸੋ ਜਿਹੜੀ ਦਰਵਾਜ਼ੇ ਭੰਨਣ ਦੀ ਰਾਜਨੀਤੀ ਆ, ਕੀ ਸੁਨੀਲ ਜਾਖੜ ਨੂੰ ਹਾਈ ਕਮਾਂਡ ਨੇ ਵਜਨ ਦੇਣਾ ਬੰਦ ਕਰਤਾ? ਉਹਨਾਂ ਦੀ ਪੰਜਾਬ ਕਾਂਗਰਸ ਦੇ ਵਿੱਚ ਸਪੇਸ ਖਤਮ ਵਰਗੀ ਹੈ, ਜਾਂ ਕਿਤੇ ਐਡਜਸਟਮੈਂਟ ਨਹੀਂ ਹੋ ਰਹੀ? ਉਹ ਆਉਂਦੀ ਇਲੈਕਸ਼ਨ ਬਤੌਰ ਐਮਐਲਏ ਲੜਨਗੇ, ਜਾਂ ਉਹ ਹੁਣ ਕਿਹੜੇ ਰਾਹਾਂ ਤੇ ਪੈਣਗੇ? ਇਹ ਵੀ ਬੜਾ ਵੱਡਾ ਸਵਾਲ ਆ। ਹੌਲੀ ਹੌਲੀ ਪੁਰਾਣੇ ਚਿਹਰੇ ਕਾਰਨਰ ਕੀਤੇ ਜਾ ਰਹੇ ਆ ਜਾਂ ਕਾਰਨਰ ਹੁੰਦੇ ਜਾ ਰਹੇ ਆ? ਇਹਦੇ ਤੇ ਤੁਹਾਡੀ ਟਿੱਪਣੀ। ਜਿੱਥੇ ਤੱਕ ਸੁਨੀਲ ਜਾਖੜ ਉਹਨਾਂ ਦੇ ਪੋਲੀਟੀਕਲ ਕੈਰੀਅਰ ਦੀ ਗੱਲ ਕਰੀਏ, ਤੇ ਪਿਛਲੇ 3-4 ਮਹੀਨਿਆਂ ਦੇ ਵਿੱਚ ਉਹਨਾਂ ਦੀ ਪੋਲਿਟਿਕਸ, ਉਹਨਾਂ ਦੇ ਕੈਰੀਅਰ ਦੇ ਵਿੱਚ ਇੰਨੇ ਕੁ ਉਤਾਰ ਚੜਾਵ ਆਏ ਨੇ ਕਿ ਲੜਾਈ ਕੈਪਟਨ ਦੀ ਤੇ ਸਿੱਧੂ ਸੀਗੀ, ਔਰ ਉਤਾਰ ਦਿੱਤਾ ਜਾਂਦਾ ਹੈ ਪੀਪੀਸੀਸੀ ਪ੍ਰਧਾਨ ਬਤੌਰ ਸੁਨੀਲ ਜਾਖੜ ਉਹਨਾਂ ਨੂੰ। ਉਹਨਾਂ ਦੀ ਕੁਰਸੀ ਦੇ ਉੱਤੇ ਸਿੱਧੂ ਉਹਨਾਂ ਬਹਿ ਜਾਂਦੇ ਨੇ। ਕੁਰਸੀ ਤੋਂ ਬੈਠਣ ਤੋਂ ਪਹਿਲੇ ਉਹਨਾਂ ਦੇ ਘਰ ਜਾਂਦੇ ਨੇ, ਔਰ ਬਕਾਇਦਾ ਉਹਨਾਂ ਦੇ ਨਾਲ ਜਿੱਦਾਂ ਕਿ ਅਸੀਂ ਦੋਨੋਂ ਮਿਲ ਕੇ ਅੱਗੇ ਚੱਲ ਕੇ ਪੰਜਾਬ ਦੀ ਕਾਂਗਰਸ ਨੂੰ ਬਹੁਤ ਅੱਗੇ ਲੈ ਕੇ ਜਾਵਾਂਗੇ। ਜਦ ਉਹ ਪ੍ਰਧਾਨ ਬਣ ਜਾਂਦੇ ਨੇ, ਉਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਤੋਂ ਬਾਅਦ ਨਾ ਚੱਲਦਾ ਹੈ ਸੁਨੀਲ ਜਾਖੜ ਉਹਨਾਂ ਦਾ। ਵਿਰੋਧ ਕੌਣ ਕਰਦੇ ਹੈ? ਅਖਬਾਰਾਂ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਇਹ ਖਬਰਾਂ ਤੇ ਹੈਗੀ ਹੈ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਉਹਨਾਂ, ਸੁਖੀ ਰੰਧਾਵਾ ਉਹਨਾਂ, ਔਰ ਚੰਨੀ ਉਹਨਾਂ, ਤਿੰਨਾਂ ਨੇ ਉਹਨਾਂ ਦਾ ਵਿਰੋਧ ਕੀਤਾ।
ਹੁਣ ਇਹ ਹੂੰ ਖਬਰਾਂ ਨਿਕਲਣ ਤੋਂ ਬਾਅਦ ਜਾਖੜ ਉਹਨਾਂ ਨੂੰ ਵੀ ਲੱਗਦਾ ਹੋਵੇਗਾ ਵੀ ਇਹ ਮੇਰੇ ਨਾਲ ਧੋਖਾ ਹੈਗਾ, ਇਹ ਮੇਰਾ ਵਿਰੋਧ ਕਰ ਰਹੇ ਸੀਗੇ ਔਰ ਉਹਨਾਂ ਦੇ ਵਿਰੋਧ ਕਰਕੇ ਮੈਂ ਮੁੱਖ ਮੰਤਰੀ ਨਹੀਂ ਬਣ ਸਕਿਆ। ਉਸ ਤੋਂ ਬਾਅਦ ਜਾਖੜ ਉਹਨਾਂ ਦੀ ਨਾਰਾਜ਼ਗੀ ਨੂੰ ਧਿਆਨ ਵਿੱਚ ਲਿਆਂਦੇ ਹੋਏ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਉਹਨਾਂ ਨੂੰ ਚੰਡੀਗੜ੍ਹ ਏਅਰਪੋਰਟ ਤੇ ਬੁਲਾ ਕੇ ਆਪਣੇ ਨਾਲ ਦਿੱਲੀ ਲੈ ਜਾਂਦੇ ਨੇ। ਫਿਰ ਗੱਲਾਂ ਚੱਲਦੀ ਹੈ ਵੀ ਜਾਖੜ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ, ਭਾਵੇਂ ਕੋਈ ਕਾਂਗਰਸ ਦਾ ਨੈਸ਼ਨਲ ਜਨਰਲ ਸੈਕਟਰੀ ਜਾਂ ਕੋਈ ਹੋਰ। ਉਹ ਵੀ ਪੋਸਟ ਹਜੇ ਤੱਕ ਨਹੀਂ ਮਿਲੀ। ਉਹਨਾਂ ਦੇ ਟਵੀਟ ਸ਼ੁਰੂ ਦੇ ਵਿੱਚ ਚੰਨੀ ਉਹਨਾਂ ਦੇ ਹੱਕ ਹੀ ਸੀਗੇ, ਕਿਉਂਕਿ ਜਦ ਸਿੱਧੂ ਉਹਨਾਂ ਨੇ ਚੰਨੀ ਉਹਨਾਂ ਦੇ ਉੱਤੇ ਸਵਾਲ ਪੈਦਾ ਕੀਤੇ ਸੀਗੇ ਤੇ ਹੂੰ ਉਹਨਾਂ ਨੇ ਇਹ ਸਾਫ਼-ਸਾਫ਼ ਕਿਹਾ ਸੀਗਾ ਕਿ ਇੱਕ ਦਲਿਤ ਮੁੱਖ ਮੰਤਰੀ ਦੇ ਉੱਤੇ ਏਦਾਂ ਦੀ ਗੱਲ ਕਰਨਾ ਜਾਂ ਉਹਨਾਂ ਨੂੰ ਕੰਮ ਕਰਨ ਦਾ ਟਾਈਮ ਨਾ ਦੇਣਾ, ਮੌਕਾ ਨਾ ਦੇਣਾ, ਇਹ ਗਲਤ ਹੈ ਔਰ ਉਹਨਾਂ ਦੀ ਡਿਗਨਿਟੀ ਨੂੰ ਅੰਡਰਮਾਈਨ ਕਰਨ ਵਾਲੀ ਹਰਕਤ ਹੈਗੀ ਹੈ। ਪਰ ਹੂੰ ਉਸ ਤੋਂ ਬਾਅਦ ਉਹ ਚੰਨੀ ਉਹਨਾਂ ਦੇ ਉੱਤੇ ਵੀ ਬਿਆਨ ਦਾਗ ਰਹੇ ਨੇ। ਅੱਜ 31 ਅਕਤੂਬਰ ਦੇ ਜਿਸ ਦਿਨ ਇੰਦਰਾ ਗਾਂਧੀ ਉਹਨਾਂ ਦੀ ਸ਼ਹਾਦਤ ਹੋਈ ਸੀਗੀ, ਉਸ ਦਿਨ ਨੂੰ ਬਹੁਤੀ ਐਡਵਰਟਾਈਜ਼ਮੈਂਟ ਜਾਂ ਉਹਨਾਂ ਨੂੰ ਯਾਦ ਨਾ ਕਰਨਾ, ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਦੀ ਕਾਂਗਰਸ ਦੀ ਸਰਕਾਰ ਹੈਗੀ ਹੈ, ਤੇ ਉਹਦੇ ਉੱਤੇ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ। ਪਰ ਉਹਨਾਂ ਨੂੰ ਕ੍ਰਿਟੀਸਾਈਜ਼ ਕਰਨ ਵਾਸਤੇ ਉਹਨਾਂ ਦੇ ਹੀ ਇਲਾਕੇ ਦੇ ਪਿੰਕੀ ਉਹਨਾਂ ਨੇ ਜਾਖੜ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਵੀ ਤੁਹਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ। ਮੈਨੂੰ ਇਹ ਲੱਗਦਾ ਹੈ ਆ ਜਿਹੜੀ ਰਾਜਨੀਤੀ ਹੈ, ਜਦ ਤੁਸੀਂ ਰਾਜਨੀਤੀ ਦੇ ਵਿੱਚ ਬਹੁਤੇ ਨੋਟਿਸ ਨਾ ਹੋ ਤੇ ਏਦਾਂ ਟਵੀਟ ਦੀ ਰਾਜਨੀਤੀ ਚੱਲਦੀ ਹੈ, ਜਿੱਦਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਵੀ ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤੇ ਡਿਸਕਸ ਨਹੀਂ ਹੋ ਰਹੇ ਕਿ ਅੱਗੇ ਚੱਲ ਕੇ ਕੈਪਟਨ ਸਾਹਿਬ ਦੀ ਪਾਰਟੀ ਕੀ ਰੰਗ ਲਿਆਏਗੀ, ਕੈਪਟਨ ਜੀ ਸਾਹਿਬ ਪੰਜਾਬ ਦੇ ਵਿੱਚ ਕਿੰਨਾ ਕੁ ਉੱਤੇ ਜਾਣਗੇ। ਇਹਦੇ ਉੱਤੇ ਲੋਕਾਂ ਦੀ ਕੋਈ ਰਾਏ ਬਹੁਤ ਵਧੀਆ ਨਹੀਂ ਹੈਗੀ। ਪਰ ਉਹ ਟਵੀਟ ਜਦ ਛੱਡਦੇ ਆ ਤੇ ਉਹਨਾਂ ਦੇ ਟਵੀਟ ਨੂੰ ਹਜੇ ਵੀ ਇੰਪੋਰਟੈਂਸ ਦਿੱਤੀ ਜਾਂਦੀ ਹੈ, ਕਿਉਂਕਿ ਉਹ ਇੱਕ ਆਪਣੀ ਰਣਨੀਤੀ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸਾ ਕਰਨ ਵਾਲੇ ਨੇ। ਪਰ ਇਹ ਜਿਹੜੀ ਜਾਖੜ ਉਹਨਾਂ ਦੇ ਟਵੀਟ ਨੇ, ਉਹ ਕਈ ਵਾਰ ਤੇ ਸਮਝ ਹੀ ਨਹੀਂ ਆਉਂਦੇ ਵੀ ਕਹਿਣਾ ਕੀ ਚਾਹੁੰਦਾ ਹੈ। ਦੇਖੋ ਅੱਜ ਗੱਲ ਤੇ ਜੀ ਆਹ ਗੱਲ ਹੋਈ ਹੈ ਕਿ ਵੀ ਇੰਦਰਾ ਗਾਂਧੀ ਦੇ ਮੁੱਦੇ ਦੇ ਉੱਤੇ ਜਿਹੜੀ ਗੱਲ ਉਹਨਾਂ ਨੇ ਕਹੀ ਹੈ, ਉਹ ਆਪਣੀ ਹੀ ਕਾਂਗਰਸ ਦੀ ਸਰਕਾਰ ਨੂੰ ਐਮਬੈਰਸ ਕਰਨ ਵਾਲੀ ਗੱਲ ਹੈਗੀ ਹੈ। ਚਾਹੀਦਾ ਸੀਗਾ ਇੱਕ ਐਡਵਰਟਾਈਜ਼ਮੈਂਟ ਦੇ ਰੂਪ ਵਿੱਚ ਇੰਦਰਾ ਗਾਂਧੀ ਨੂੰ ਯਾਦ ਕਰਨਾ, ਨਹੀਂ ਕੀਤਾ। ਇਹ ਗਲਤੀ ਹੈ ਜਾਂ ਜਾਣਬੁੱਝ ਕਰ ਕੀਤੀ ਹੋਈ ਗਲਤੀ ਹੈ, ਉਹ ਵੀ ਤਦ ਜਦ ਜਗਦੀਸ਼ ਟਾਈਟਰ ਵਰਗੇ ਲੀਡਰ ਨੂੰ ਦਿੱਲੀ ਦੇ ਵਿੱਚ ਇੱਕ ਅਹੁਦਾ ਦਿੱਤਾ ਜਾਂਦਾ ਜਿਹਦਾ ਵਿਰੋਧੀ ਪਾਰਟੀਆਂ ਕਰਦੀ ਹੈ। ਇਹਦੇ ਵਿੱਚ ਇੰਦਰਾ ਗਾਂਧੀ ਦੀ ਡੈਥ ਐਨਵਰਸਰੀ ਨੂੰ ਇੱਕ ਤਰੀਕੇ ਨਾਲ ਇਗਨੋਰ ਕਰਨਾ, ਉਹ ਸੋਚੀ ਸਮਝੀ ਚਾਲ ਵੀ ਹੋ ਸਕਦੀ ਹੈ। ਪਰ ਦੇਖੋ ਇਹ ਗੱਲਾਂ ਜਿਹੜੀ ਹੋ ਰਹੀਆਂ ਉਹ ਰਾਜਨੀਤੀ ਨੂੰ ਦੂਜੇ ਪਾਸੇ ਲੈ ਕੇ ਜਾ ਰਹੀਆਂ, ਜਦਕਿ ਚੰਨੀ ਉਹਨਾਂ ਹੁਣ ਕੰਮ ਦੀ ਤਰਫ ਲੁੱਟ ਰਹੇ ਨੇ। ਕੱਲ ਜਿਹੜੀ ਕੈਬਨਿਟ ਦੀ ਮੀਟਿੰਗ ਹੈ ਉਹਦੇ ਵਾਸਤੇ ਬਹੁਤ ਉਹਨਾਂ ਨੂੰ ਤਿਆਰੀ ਕਰਨ ਦੀ ਵੀ ਲੋੜ ਪਈ ਹੈ। ਸੁਣਿਆ ਕਿ ਕਈ ਦਿਨਾਂ ਤੋਂ ਅਫਸਰ ਰਾਤੀ 12-12 1-1 ਵਜੇ ਤੱਕ ਬੈਠ ਕੇ ਉਹ ਡਰਾਫਟ ਤਿਆਰ ਕਰ ਰਹੇ ਨੇ, ਉਹ ਗੱਲਾਂ ਤਿਆਰ ਕਰ ਰਹੇ ਨੇ, ਉਹ ਪਾਲਿਸੀ ਤਿਆਰ ਕਰ ਰਹੇ ਨੇ, ਜਿਹਦੇ ਰਾਹੀਂ ਅੱਗੇ ਚੱਲ ਕੇ ਕੰਮ ਕੀਤਾ ਜਾ ਸਕੇ। ਭਾਸਕਰ ਸਾਹਿਬ, ਜਦੋਂ ਇਹ ਦਿਨ ਆਉਂਦੇ ਆ ਤੇ ਉਦੋਂ ਇਹਦੇ ਨਾਲ ਜੁੜੇ ਆਧਾਰ ਵੀ ਚੇਤੇ ਆਉਂਦੇ ਆ। ਪੰਜਾਬ ਦਾ ਇੱਕ ਬਹੁਤ ਵੱਡਾ ਹਿੱਸਾ 84 ਦੇ ਬਲੂ ਸਟਾਰ ਆਪਰੇਸ਼ਨ ਨੂੰ ਨਹੀਂ ਭੁੱਲਦਾ, ਤੇ ਉਸ ਤੋਂ ਬਾਅਦ ਇੰਦਰਾ ਗਾਂਧੀ ਦੀ ਮੌਤ, ਇਹ ਦੋ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ। ਪੰਜਾਬ ਸਰਕਾਰ ਨੇ ਸ਼ਾਇਦ ਇਸ ਤਰ੍ਹਾਂ ਦੀ ਕਿਸੇ ਸੋਚ ਨੂੰ ਧਿਆਨ 'ਚ ਰੱਖ ਕੇ ਆਉਂਦੀ ਇਲੈਕਸ਼ਨ ਨੂੰ ਨਜ਼ਰੀਏ ਤੋਂ, ਸੋ ਇਹ ਸ਼ਾਇਦ ਕੋਈ ਸੋਚੀ ਸਮਝੀ ਮੂਵ ਵੀ ਹੋ ਸਕਦੀ ਹੈ। ਔਰ ਦੂਜੇ ਬੰਨੇ ਜਿਹੜੇ ਸੁਨੀਲ ਜਾਖੜ ਹੈ, ਉਹ ਵੋਟਾਂ ਦੇ ਨਜ਼ਰੀਏ ਤੋਂ ਇੱਕ ਖਾਸ ਫਿਰਕੇ ਨੂੰ ਧਿਆਨ 'ਚ ਰੱਖ ਕੇ ਤਾਂ ਨਹੀਂ ਰਾਜਨੀਤੀ ਕਰ ਰਹੇ, ਇਹਦੇ ਉੱਤੇ ਵੀ ਸਵਾਲ ਉੱਠ ਸਕਦੇ ਆ। ਕੁੱਲ ਮਿਲਾ ਕੇ ਇਹਨਾਂ ਮਾਮਲੇ, ਇਹ ਬਹੁਤ ਸੰਵੇਦਨਸ਼ੀਲ ਮਾਮਲੇ ਆ। ਇੰਦਰਾ ਗਾਂਧੀ ਦੇ ਕੁਝ ਗਲਤ ਫੈਸਲੇ ਸੀ, ਇਹ ਕੁਝ ਫੈਸਲਿਆਂ ਦੇ ਨਜ਼ਰੀਓਂ ਜੋ ਕੁਝ ਰਿਜ਼ਲਟ ਨਿਕਲਦੇ ਆ ਉਹਦੇ ਉੱਤੇ ਲਗਾਤਾਰ ਬਹਿਸ ਚੱਲਦੀ ਰਹਿੰਦੀ ਹੈ। ਆਲੇ ਦੁਆਲੇ ਦੇ ਵਿੱਚ, ਸਮਾਜ ਦੇ ਵਿੱਚ, ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਇਹਨਾਂ ਦਿਨਾਂ 'ਚ ਪਿਆ ਹੁੰਦਾ। ਖੈਰ, ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਬੈਲੈਂਸ ਦੇ ਨਾਲ, ਸੰਤੁਲਨ ਦੇ ਨਾਲ ਅੱਗੇ ਵਧਿਆ ਜਾਵੇ ਔਰ ਕਿਸੇ ਵੀ ਧਰਮ ਵਿਸ਼ੇਸ਼ ਦੀਆਂ ਭਾਵਨਾਵਾਂ ਕਦੇ ਵੀ ਆਹਤ ਨਾ ਹੋਣ, ਕਿਸੇ ਨੂੰ ਵੀ ਪੀੜਾ ਨਾ ਸਹਿਣਾ ਪਏ। ਲੋਕਤੰਤਰ ਦੇ ਵਿੱਚ ਹਰੇਕ ਨੂੰ ਖੁੱਲ੍ਹ ਕੇ ਜੀਣ ਦਾ ਅਖਤਿਆਰ ਹੋਵੇ, ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣ ਦਾ ਅਖਤਿਆਰ ਹੋਵੇ। ਕੋਈ ਹਿੰਦੂ ਆ, ਸਿੱਖ ਆ, ਮੁਸਲਮਾਨ ਹੈ ਜਾਂ ਕਿਸੇ ਵੀ ਹੋਰ ਫਿਰਕੇ, ਵਰਗ ਵਿਸ਼ੇਸ਼ਤਾ, ਧਰਮ ਵਿਸ਼ੇਸ਼ਤਾ, ਉਹਨੂੰ ਪੂਰੇ ਹੱਕ ਹਕੂਕ ਹਾਸਲ ਹੋਣੇ ਚਾਹੀਦੇ ਆ। ਤੇ ਸਰਕਾਰਾਂ ਨੂੰ ਬਹੁਤ ਸੰਵੇਦਨਸ਼ੀਲਤਾ ਨਾਲ ਇਹਨਾਂ ਮਾਮਲਿਆਂ ਤੇ ਅੱਗੇ ਵਧਣਾ ਚਾਹੀਦਾ। ਪਰ ਰਾਜਨੀਤੀ ਕਿਸੇ ਦੀ ਸਕੀ ਨਹੀਂ ਹੁੰਦੀ, ਉਹ ਜਿਵੇਂ ਮੂਵ ਕਰਨਾ ਹੁੰਦਾ ਉਵੇਂ ਕਰਦੀ ਹੈ। ਜਿੱਥੇ ਵਾਰਾ ਖਾਂਦਾ ਹੈ ਉੱਥੇ ਉਸੇ ਤਰ੍ਹਾਂ ਦਾ ਫੈਸਲਾ ਤੇ ਪੈਂਤੜਾ ਅਪਣਾਇਆ ਜਾਂਦਾ। ਮੈਂ ਭਾਸਕਰ ਸਾਹਿਬ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਅਰਸੇ ਬਾਅਦ ਆਪਣੇ ਘਰੋਂ ਨਿਕਲੇ, ਔਰ ਪ੍ਰੀਤ ਕੰਬਾਈਨ ਇੱਕ ਵੱਡਾ ਵਪਾਰਕ ਅਦਾਰਾ ਹੈ ਪੰਜਾਬ ਦਾ, ਉਹਦੇ MD ਸਰਦਾਰ ਹਰੀ ਸਿੰਘ, ਸ਼ਾਇਦ ਉਹਨਾਂ ਦਾ ਨਾਮ, ਉਹਨਾਂ ਕੋਲ ਗਏ ਨੇ। ਉੱਥੇ ਪਹੁੰਚ ਕੇ ਉਹਨਾਂ ਨੇ ਪਟਿਆਲੇ ਵੱਲ ਧਿਆਨ ਮਾਰਿਆ ਤੇ ਟਿੱਪਣੀ ਕਰਤੀ, ਕੈਪਟਨ ਅਮਰਿੰਦਰ ਸਿੰਘ ਨੂੰ ਲਾਤਾ ਸੀ। ਚਲੋ ਕਿਹੜੀ ਗੱਲ ਆ ਜੀ,
ਪਰ ਉਹਨਾਂ ਨੂੰ ਇਦਾਂ ਪਾਰਟੀ ਨਹੀਂ ਛੱਡਣੀ ਚਾਹੀਦੀ ਸੀ। ਇਹ ਕੀਤਾ ਤਾਂ ਵਿਅੰਗ ਹੀ ਹੈ, ਪਰ ਮੈਨੂੰ ਇੰਝ ਲੱਗਦਾ ਵੀ ਇਹ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਵੀ ਹੈ। ਹੁਣ ਇਹ ਸਦਾ ਸ਼ਰੀਕਾ ਬਾਦਲ ਔਰ ਕੈਪਟਨ ਦਾ ਰਿਹਾ ਵੋਟ ਰਾਜਨੀਤੀ 'ਚ ਵੀ, ਤੇ ਉਂਝ ਵੀ ਖਹਿ ਕੇ ਮੜਿੱਕ ਕੇ ਚੱਲਦੇ ਰਹੇ। ਤੁਹਾਨੂੰ ਯਾਦ ਹੋਣਾ 97 'ਚ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ, ਉਸ ਤੋਂ ਪਹਿਲਾਂ ਟਿਕਟ ਨਹੀਂ ਸੀ ਦਿੱਤੀ ਗਈ, ਔਰ ਉਹ ਜਿਹੜੀ ਟਿਕਟ ਨਾ ਦੇਣ ਦਾ ਰੋਸਾ ਸੀ, ਉਹਨਾਂ ਨੇ ਕਾਂਗਰਸ ਜੁਆਇਨ ਕਰਕੇ ਮੁੱਖ ਮੰਤਰੀ ਦਾ ਅਹੁਦਾ ਗ੍ਰਹਿਣ ਕਰ ਲਿਆ ਤੇ ਬਾਦਲ ਸਾਹਿਬ ਨੂੰ ਜੇਲ੍ਹ ਭੇਜਤਾ, ਤੁਹਾਨੂੰ ਯਾਦ ਹੋਣਾ। ਖੈਰ ਬਾਦਲ ਸਾਹਿਬ ਦਾ ਦਿਲ ਕੈਪਟਨ ਅਮਰਿੰਦਰ ਸਿੰਘ ਲਈ ਪਸੀਜਿਆ। ਇਹਦੇ 'ਚ ਤੁਹਾਨੂੰ ਪਰਤ ਸਮਝ ਆਏ ਤੇ ਮੈਨੂੰ ਸਮਝਾਓ ਜ਼ਰਾ। ਦੇਖੋ, ਹੁਣ ਬਾਦਲ ਸਾਹਿਬ ਔਰ ਕੈਪਟਨ ਸਾਹਿਬ ਦੋਨੋਂ ਰਾਜਨੀਤੀ ਨੂੰ ਦੂਰੋਂ ਦੇਖ ਰਹੇ ਨੇ। ਪਹਿਲੇ ਇਹ ਰਾਜਨੀਤੀ ਦੇ ਵਿੱਚ ਸੀਗੇ। ਬਾਦਲ ਸਾਹਿਬ ਤਕਰੀਬਨ ਉਹ ਰਾਜਨੀਤੀ ਤੋਂ ਰਿਟਾਇਰ ਹੋ ਚੁੱਕੇ ਨੇ, ਔਰ ਕੈਪਟਨ ਅਮਰਿੰਦਰ ਸਿੰਘ ਹੁਣ ਆਪਣੀ ਤੀਜੀ ਧਿਰ ਬਣਾਉਣ ਦੀ ਗੱਲ ਕਰ ਰਹੇ ਨੇ। ਏਦਾਂ ਦੇ ਹਾਲਾਤ ਵਿੱਚ ਜਿਹੜਾ ਮੈਚ ਤੋਂ ਖੇਡ ਨਹੀਂ ਰਿਹਾ ਹੁੰਦਾ, ਮੈਚ ਨੂੰ ਬਾਹਰੋਂ ਵੇਖ ਰਿਹਾ ਹੁੰਦਾ, ਉਹਨੂੰ ਇਹ ਲੱਗਦਾ ਕਿ ਜੇ ਮੈਂ ਹੁੰਦਾ ਤੇ ਇਸ ਗੇਂਦ ਤੇ ਛੱਕਾ ਮਾਰ ਦਿੰਦਾ। ਪਰ ਬਾਦਲ ਸਾਹਿਬ ਦਾ ਇਹ ਤੰਜ ਕਰਨਾ, ਕਿਉਂਕਿ ਤੁਸੀਂ ਜਿਹੜੀ ਗੱਲ ਕਹੀ ਹੈ, ਜਦ ਅਕਾਲੀਆਂ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਸੀਗੀ, ਉਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਜੁਆਇਨ ਕਰਕੇ 2 ਵਾਰ ਮੁੱਖ ਮੰਤਰੀ ਦੀ ਪੋਸਟ ਵੀ ਲਈ। ਹੁਣ ਵੀ ਜਿਹੜਾ ਡਿਸੀਜਨ ਹੈਗਾ ਹੈ ਕਿ ਕਾਂਗਰਸ ਤੋਂ ਬਾਹਰ ਜਾ ਕੇ ਬੀਜੇਪੀ ਦੇ ਨਾਲ ਰਲ ਕੇ ਕੋਈ ਵੱਡੇ ਅਹੁਦੇ ਤੇ, ਇੱਕ ਵਾਰ ਜਦ ਅਕਾਲੀ ਦਲ ਭਾਜਪਾ ਦਾ ਅਲਾਈਅੰਸ ਪਾਰਟਨਰ ਹੁੰਦਾ ਸੀਗਾ ਤੇ ਗੱਲ ਚੱਲੀ ਸੀਗੀ ਕਿ ਬਾਦਲ ਸਾਹਿਬ ਆਉਣ ਵਾਲੇ ਟਾਈਮ ਵਿੱਚ ਰਾਸ਼ਟਰਪਤੀ ਦੇ ਅਹੁਦੇ ਤੇ ਦੇਖੇ ਜਾਂਦੇ ਨੇ। ਅੱਜ ਉਹੀ ਅਹੁਦਾ, ਤਕਰੀਬਨ ਉਸ ਤਰ੍ਹਾਂ ਦਾ ਹੀ ਅਹੁਦਾ, ਉਹ ਕੈਪਟਨ ਅਮਰਿੰਦਰ ਸਿੰਘ ਵਾਸਤੇ ਵੀ ਦੇਖਿਆ ਜਾ ਰਿਹਾ, ਕਿਉਂਕਿ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਭਾਜਪਾ ਦੇ ਨਾਲ ਰਲ ਕੇ ਭਾਵੇਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਰਾਜਨੀਤੀ ਫੇਲ ਹੋ ਜਾਏ, ਪਰ ਅੱਗੇ ਚੱਲ ਕੇ ਭਾਜਪਾ ਕੋਲ ਕੈਪਟਨ ਅਮਰਿੰਦਰ ਸਿੰਘ ਨੂੰ ਦੇਣ ਵਾਸਤੇ ਬਹੁਤ ਹੈ। ਗਵਰਨਰ ਲਾ ਦੇਣਗੇ, ਉਪ ਰਾਸ਼ਟਰਪਤੀ ਲਾ ਦੇਣਗੇ, ਰਾਸ਼ਟਰਪਤੀ ਲਾ ਦੇਣਗੇ, ਏਦਾਂ ਦੀ ਪੋਸਟਾਂ ਦੀ ਗੱਲ ਆਉਂਦੀ ਹੈ। ਕਿਉਂਕਿ ਅਗਲੀ ਗੇਮ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਵਧੀਆ ਹੋ ਸਕਦੀ ਹੈ। ਜੇ ਇਸ ਸੈਮੀਫਾਈਨਲ ਨੂੰ ਜਾਂ ਪੰਜਾਬ ਦੇ ਮੈਚ ਉਹ ਹਾਰ ਵੀ ਗਏ ਤਾਂ ਵੀ ਉਹਨਾਂ ਦੇ ਕੋਲ ਬਹੁਤ ਕੁਝ ਏਦਾਂ ਦੀ ਹਜੇ ਵੀ ਬਾਜ਼ੀਆਂ ਹੈਗੀਆਂ ਜਿਹਦੇ ਰਾਹੀਂ ਉਹ ਆਪਣੀ ਰਾਜਨੀਤੀ ਨੂੰ ਅਗਲੇ ਆਉਣ ਵਾਲੇ 5-10 ਸਾਲ ਤੱਕ ਸੌਖੇ ਤਰੀਕੇ ਨਾਲ ਰਾਜ ਮਹਿਲ ਦੇ ਵਿੱਚ, ਗਵਰਨਰ ਹਾਊਸ ਦੇ ਵਿੱਚ ਰਹਿ ਸਕਦੇ ਨੇ। ਇਹ ਵੀ ਇੱਕ ਪਹਿਲੂ ਹੈਗਾ ਜਿਹਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਹੁਣ ਬੀਜੇਪੀ ਵੱਲ ਜ਼ਿਆਦਾ ਧਿਆਨ ਦੇ ਰਹੇ ਨੇ। ਭਾਸਕਰ ਸਾਹਿਬ, ਇਹ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਘਰੋਂ ਨਿਕਲਦੇ ਆ ਤੇ ਉਹਦੇ ਕਈ ਅਰਥ ਹੁੰਦੇ ਆ। ਉਹਨਾਂ ਦੀ ਕਈ ਗੱਲ ਨੂੰ ਵੀ ਬਹੁਤ ਪਸਾਰਾਂ ਨਾਲ ਦੇਖਿਆ ਜਾਂਦਾ ਔਰ ਉਹਦੇ ਅਰਥ ਕੱਢੇ ਜਾਂਦੇ ਆ। ਤੁਸੀਂ ਦੇਖਿਓ ਕੱਲ ਦੇ ਕੁਝ ਨਿਊਜ਼ਪੇਪਰਸ ਦੇ ਵਿੱਚ ਉਹਨਾਂ ਵਿਸ਼ਿਆਂ ਨੂੰ ਜ਼ੁਬਾਨ ਦਿੱਤੀ ਗਈ ਹੋਣੀ ਹੈ। ਔਰ ਆਉਂਦੇ ਦਿਨੀ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਫਰੀਕੁਐਂਟਲੀ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾਂਦੇ ਆ ਤੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਤੇ ਤੰਜ ਕੱਸਦੇ ਆ ਵੱਖ-ਵੱਖ ਮੁੱਦਿਆਂ ਦੇ ਉੱਤੇ। ਤਾਂ ਦਿਲਚਸਪ ਹੋਊਗਾ, ਉਹ ਫੈਡਰਲ ਢਾਂਚੇ ਤੇ, ਸੰਘੀ ਢਾਂਚੇ ਤੇ, ਕੌਮੀ ਮਾਮਲਿਆਂ ਤੇ ਵੀ ਗੱਲ ਕਰਦੇ ਨਜ਼ਰ ਆ ਸਕਦੇ ਆ। ਉਹ ਕੇਂਦਰ ਦੀ ਸਰਕਾਰ ਨੂੰ ਤਰੀਕੇ ਨਾਲ ਵੀ ਘੇਰਨਗੇ। ਕਈ ਐਸੀਆਂ ਗੱਲਾਂ ਵੀ ਸਾਹਮਣੇ ਆ ਸਕਦੀਆਂ ਜਿਨ੍ਹਾਂ ਨੂੰ ਤੁਸੀਂ ਸੁਖਬੀਰ ਸਿੰਘ ਦੀ ਰਾਜਨੀਤੀ ਨਾਲੋਂ ਵੱਡੇ ਤਰੀਕੇ ਨਾਲ ਵੀ ਦੇਖ ਪਾਓਗੇ। ਇੱਕ ਵਾਰੀ ਫਿਰ ਪ੍ਰਕਾਸ਼ ਸਿੰਘ ਬਾਦਲ ਰਵਾਂ ਹੋ ਰਹੇ ਆ ਅਕਾਲੀ ਰਾਜਨੀਤੀ ਵਿੱਚ, ਲੇਕਿਨ 22 ਦੀ ਇਲੈਕਸ਼ਨ 'ਚ ਲੀਡ ਕਰਨਗੇ ਕੰਪੇਨਰ ਵਜੋਂ ਕਿ ਨਹੀਂ, ਇਹ ਦੇਖਣਾ ਹੋਊਗਾ। ਭਾਸਕਰ ਸਾਹਿਬ, ਬਹੁਤ ਮਿਹਰਬਾਨੀ। ਧੰਨਵਾਦ।